ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸੇ, ਪੜੀਏ ਜੇਤੇ ਮਾਸ। पढ़िए जेती आरजा, पढ़िए जेते सास। नानक लेखे एक गल, होर हों में झकना झाक। आसा दीवार दी नौवीं पौड़ी, जिस दे पहले पातशाह जगत गुरु बाबा ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਸ਼ਲੋਕ ਜੋ ਪੌੜੀਆਂ ਦੇ ਨਾਲ ਜੋੜੇ ਨੇ, ਅਗੰਮੀ ਵਿਚਾਰ ਪ੍ਰਸਤੁਤ ਕਰਦੇ ਨੇ। ਮੂਲ ਪੰਕਤੀ ਹੈ, ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਝਕਣਾ ਝਾਕ। ਧਾਰਮਿਕ ਦੁਨੀਆ ਸਾਰੀ ਸਾਧਨਾ ਇਬਾਦਤ ਦੇ ਚ ਗੱਲ ਤੇ ਇੱਕੋ ਹੀ ਪ੍ਰਮਾਣਿਕ ਹੈ। ਇੱਕ ਗੱਲ ਹੀ ਖਾਸ ਹੈ, ਬਾਕੀ ਤੇ ਝੱਕ ਮਾਰਨਾ ਹੈ ਔਰ ਅਹੰਕਾਰ ਨੂੰ ਪੱਠੇ ਪਾਣੇ ਨੇ। ਇੱਕ ਗੱਲ ਕੀ ਹੈ? ਇੱਕ ਦੀ ਯਾਦ, ਇੱਕ ਦਾ ਚਿੰਤਨ, ਇੱਕ ਨਾਲ ਜੁੜਨਾ। ਜਿਹੜੀ ਸਾਧਨਾ, ਜਿਹੜਾ ਕਰਮ ਇੱਕ ਨਾਲ ਜੋੜੇ ਨਾ, ਉਹ ਧਾਰਮਿਕ ਸਾਧਨਾ ਨਹੀਂ ਹੈ। ਜਿਹੜੀ ਪੂਜਾ, ਜਿਹੜਾ ਪਾਠ, ਜਿਹੜੇ ਵਰਤ ਨੇ ਇੱਕ ਤੋਂ ਤੋੜਨ, ਇੱਕ ਤੋਂ ਦੂਰ ਲੈ ਜਾਣ, ਉਹ ਕੋਈ ਵੀ ਧਾਰਮਿਕ ਸਾਧਨਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਪੰਕਤੀ ਬਹੁਤ ਅਗੰਮੀ ਦੁਨੀਆ ਦੇ ਰਾਜ਼ ਜਗਤ ਦੇ ਸਾਹਮਣੇ ਰੱਖਦੀ ਹੈ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਕਣਾ ਝਾਕ। ਉਸ ਇੱਕ ਗੱਲ ਤੋਂ ਬਿਨਾਂ ਜਿਤਨਾ ਵੀ ਗਿਆਨ ਹੈ ਉਹ ਆਪਣੇ ਅਹੰਕਾਰ ਨੂੰ ਵਧਾਉਣਾ ਹੈ। ਇੱਕ ਦਾ ਚਿੰਤਨ ਹੋਵੇ ਤਾਂ ਗਿਆਨ ਸਹਾਇਕ ਹੁੰਦਾ ਹੈ, ਮਦਦਗਾਰ ਹੁੰਦਾ ਹੈ। ਪਰ ਜੇ ਇੱਕ ਦਾ ਚਿੰਤਨ ਨਹੀਂ, ਇੱਕ ਦੀ ਯਾਦ ਨਹੀਂ, ਇੱਕ ਦਾ ਸਿਮਰਨ ਨਹੀਂ, ਤਾਂ ਗਿਆਨ ਹੀ ਅਹੰਕਾਰੀ ਬਣਾ ਦਿੰਦਾ ਹੈ। ਔਰ ਅਹੰਕਾਰ ਵਿੱਚ ਜੋ ਕੁਛ ਵੀ ਕੀਤਾ ਜਾਂਦਾ ਹੈ, ਸਾਹਿਬ ਕਹਿੰਦੇ ਨੇ ਉਹ ਸਭ ਕੁਛ ਝੱਕ ਮਾਰਨਾ ਹੈ। ਖਾਸ ਕਰਕੇ ਧਾਰਮਿਕ ਦੁਨੀਆ ਵਿੱਚ ਗਿਆਨ ਦੀ ਬੜੀ ਪ੍ਰਧਾਨਤਾ ਹੈ ਤੇ ਗਿਆਨ ਹਾਸਲ ਹੁੰਦਾ ਹੈ ਪੜ੍ਹ ਕੇ। ਅਗਰ ਗਿਆਨ ਹਾਸਲ ਕਰ ਲਿਆ, ਪੜ੍ਹ ਪੜ੍ਹ ਕੇ ਬੋਧ ਹਾਸਲ ਕਰ ਲਿਆ, ਲੇਕਿਨ ਉਸਨੂੰ ਅਮਲ ਦੇ ਚ ਨਹੀਂ ਲਿਆਂਦਾ, ਉਹਨੂੰ ਵਰਤੋਂ ਦੇ ਚ ਨਹੀਂ ਲਿਆਂਦਾ, ਤਾਂ ਇਹ ਪੜ੍ਹਿਆ ਹੋਇਆ ਸਾਰੇ ਦਾ ਸਾਰਾ ਗਿਆਨ ਐਸਾ ਹੈ ਜੈਸੇ ਭੋਜਨ ਛਕਿਆ ਉਲਟੀ ਕਰ ਦਿੱਤੀ ਹੈ, ਵੋਮਿਟ ਕਰ ਦਿੱਤੀ ਹੈ। ਛਕਿਆ ਹੋਇਆ ਭੋਜਨ ਅਗਰ ਬਾਹਰ ਆ ਗਿਆ ਤਾਂ ਛਕਣ ਦਾ ਕੋਈ ਫਾਇਦਾ ਹੀ ਨਾ ਰਿਹਾ। ਛਕਿਆ ਹੋਇਆ ਤੇ ਉਹੀ ਭੋਜਨ ਸਕਾਰਤ ਹੈ ਜੋ ਪਚ ਗਿਆ, ਜੋ ਸਰੀਰ ਦੇ ਵਿੱਚ ਜਾ ਕੇ ਰਸ ਬਣਿਆ, ਮਿੰਜ ਬਣਿਆ, ਖੂਨ ਬਣਿਆ, ਸਰੀਰ ਦੀ ਤਵਾਨਾਈ ਬਣਿਆ, ਤਾਕਤ ਬਣਿਆ। ਪਰ ਜੇ ਉਲਟੀ ਹੀ ਹੋ ਗਿਆ ਤਾਂ ਛਕਣ ਦੀ ਮਿਹਨਤ ਵੀ ਵਿਅਰਥ ਤੇ ਖਾਮਖਾ ਉਲਟੀਆਂ ਦੀ ਤਕਲੀਫ ਵੀ ਸਹਾਰੀ। ਇਸੇ ਤਰੀਕੇ ਨਾਲ ਪੜ੍ਹਾਈ ਗਿਆਨ ਅਗਰ ਅਮਲ ਦੇ ਚ ਲਿਆਇਆ ਜਾਏ ਤਾਂ ਤੇ ਨਾਮ ਰਸ ਬਣ ਜਾਂਦਾ ਹੈ, ਭਗਤੀ ਰਸ ਬਣ ਜਾਂਦਾ ਹੈ, ਰੂਹਾਨੀ ਤਾਕਤ ਬਣ ਜਾਂਦਾ ਹੈ, ਈਸ਼ਵਰੀ ਸਰੂਰ ਬਣ ਜਾਂਦਾ ਹੈ। ਪਰ ਜੇ ਚਿੰਤਨ ਨਾ ਹੋਵੇ ਤਾਂ ਇਹੀ ਗਿਆਨ ਥਕੇਵਾਂ ਅਕੇਵਾਂ ਬਣ ਕੇ ਹੰਕਾਰ ਦਾ ਫਿਤੂਰ ਬਣ ਜਾਂਦਾ ਹੈ। ਔਰ ਇਹ ਫਿਰ ਸਭ ਕੁਛ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐਸਾ ਹੁੰਦਾ ਹੈ ਜੈਸੇ ਝੱਕ ਹੀ ਮਾਰੀ ਗਈ ਹੈ। ਝੱਕ ਮਾਰਨਾ ਉਹ ਹੁੰਦਾ ਹੈ, ਕੀਤਾ ਬਹੁਤ ਕੁਛ ਹੈ, ਪੱਲੇ ਕੁਛ ਵੀ ਨਹੀਂ ਪਿਆ। ਇਸ ਵਾਸਤੇ ਬਹੁਤ ਕੁਛ ਕਰਕੇ ਜਦ ਕਿਸੇ ਨੂੰ ਕੁਛ ਪੱਲੇ ਨਹੀਂ ਪੈਂਦਾ ਤਾਂ ਉਹ ਕਹਿੰਦਾ ਮੈਂ ਝੱਕ ਹੀ ਮਾਰਦਾ ਰਿਹਾ, ਝੱਕ ਹੀ ਛਕਾਂਦਾ ਰਿਹਾ, ਮਿਹਨਤ ਬਹੁਤ ਕੀਤੀ, ਪੁਰਸ਼ਾਰਥ ਬਹੁਤ ਕੀਤਾ, ਪੱਲੇ ਕੁਛ ਨਹੀਂ ਪਿਆ। ਤੇ ਜਦ ਪੱਲੇ ਹੀ ਕੁਛ ਨਹੀਂ ਪਿਆ ਤਾਂ ਝੱਕ ਹੀ ਮਾਰਿਆ, ਹੋਰ ਕੀ। ਤਾਂ ਸਾਹਿਬ ਕਹਿੰਦੇ ਨੂੰ ਉਸ ਇੱਕ ਦੇ ਚਿੰਤਨ ਤੋਂ ਬਿਨਾਂ, ਇੱਕ ਦੀ ਯਾਦ ਤੋਂ ਬਿਨਾਂ, ਇੱਕ ਦੇ ਸਿਮਰਨ ਤੋਂ ਬਿਨਾਂ, ਇੱਕ ਨਾਲ ਜੁੜੇ ਬਿਨਾਂ ਜਿਤਨਾ ਗਿਆਨ ਹੈ ਇਹ ਝੱਕ ਮਾਰਨਾ ਹੈ।
ਗਿਆਨ ਹਾਸਲ ਕਰਨ ਦਾ ਤਰੀਕਾ ਤੇ ਪੜ੍ਹਾਈ ਹੈ। तो महाराज कहने ने पढ़ पढ़ गड्डी लदिए, पढ़ पढ़ भरिए साथ। इतना पढ़िए कि किताबां नाल गड्डियां दियां गड्डियां लदियां जान। प्राचीन समय विच लोकी अपनी विद्या दा ढंडोरा पिटण लई जद एक थां तो दूसरी थां ते जांदे सन तां ज्ञान दे तमाम ग्रंथां दे ढेर भी नाल लैके चलदे सन। ईरान दे आलम उठां दे उत्ते लद के चलदे सन। हिंदुस्तान दे विद्वान बैल गड्डियां दे उत्ते धर्म ग्रंथां नूं लद के एक शहर तो दूजे शहर, दूजे तो तीजे, तीजे तो चौथे पहुंचना। जद गड्डियां दियां गड्डियां धर्म ग्रंथां दियां लदियां होइयां कोई देखदा सी तां दुनिया कह उठदी सी बड़ा विद्वान आया है, कोई बहुत वड्डा आलम आया है, इहदे नाल बहस करनी बहुत औखी है, इहदे नाल विचार वटांदरा करना बहुत औखा है। गजब की गल तो यह है कि विचार सी परमात्मा की प्राप्ति लई, लेकिन विचार भी जित हार का कारण बन गई। विचार भी इस वास्ते हुण दूजे नूं हराना है तो मैं जितना है, ते जे तलवार भी इस वास्ते है मैं दूजे नूं जितना है। अगर विचार भी इस वास्ते है तो फिर विचार ते तलवार दे कोई फर्क रह नहीं जाता। तलवार अगले दा गला कटन लई गए, विचार अगले दा दिमाग कटन लई गए। तलवार अगले दा सिर जमीन ते गिराण लई गए, विचार अगर अगले दा सिर झुकाण लई बन गई है तो फिर दोवें घातक ने, दोवें हानिकारक ने, दोवें मनुखता दे लई बोझ ने। प्राचीन जमाने च कोई तलवार लेके घुमदा सी दूजियां दे गले कटन लई, कोई विचार लेके घुमदा सी दूजियां दे सिर झुकाण लई। एक दौर सारी दुनिया दे च ऐसा लंघिया जद बहस मुबासे बहुत होंदे सन, और जिस तरह तलवार दे धनी ऐलानिया कहंदे सन साडे नाल आके कोई मुकाबला करे। साडे देश दे च बकायदा अश्वमेध यज्ञ होंदे सन, घोड़ा छड़ दिता जांदा सी। इहदा यह मतलब होंदा सी हुण जेड़ा पकड़े वो साडे नाल जंग करे, युद्ध करे। ये घोड़ा छड़ना ऐलाने जंग होंदा सी, पर फर्क सिर्फ इतना सी हुण जेड़ा पकड़े उहदे नाल जंग होवेगी। जिथों जिथों घोड़ा लंघ जांदा सी ओ धरती उस थां दे राजे महाराजे अश्वमेध यज्ञ करने वाले दी ताबिया विच रहिंदे सन। ये अपनी तलवार दा जोर थां थां ते दिखाण दा एक तरीका हुंदा सी, और जद कोई घोड़ा पकड़ लेंदा सी घमसान दा युद्ध हो जांदा सी, गले बेशुमार कट जांदे सन। तो मनुख दे हथ दे जद तलवार आई ते वो तलवार दा धनी बनिया तां उसने इस तो यह कम लिया कि गले कटने ने। ते जद बंदे कोल विचार आई, ये भी एक शक्ति सी, ये भी एक ताकत सी, तां हुण गले झुकाने ने, हुण सिर झुकाने ने। तो किसी का सिर झुकाना भी किसी का सिर कटना ही है, और कुछ नहीं। कट के भी सिर धरती ते पैंदा है, झुक के भी सिर धरती ते पैंदा है, और ये दोवें हिंसा ही है। चाहे हिंसा तलवार नाल कीती जाए, चाहे विचार नाल कीती जाए। देखण विच आया कोई लिख के हिंसा करता है, कोई बोल के हिंसा करता है, और कोई तरह तरह के फिलसफे विचारां दे नाल दूजियां दे विचार खंडन करने की कोशिश करता है, दूजियां दी जमीर ते चोट मारन की कोशिश करता है। विचार इस लई नहीं सी। विचार ते सी एक जलदा होया दीपक जिहदे नाल मार्ग नूं वेखिया जा सके, घर विच चानना होवे। लेकिन बदकिस्मती बहुत सारे विचारकां ने इस दीवे नाल अपने घर साड़े ने, लोगों के घर साड़े ने। तो साहिब कहंदे ने पढ़ पढ़ गड्डी लदीए, पढ़ पढ़ भरिए साथ। जे धर्म ग्रंथां दियां ज्ञान दी पुस्तकां दियां गड्डियां भी लद लईए, ते चाहे ढेरां दे ढेर इकट्ठे कर लईए, एक एक पंक्ति नाल ये पंक्ति जुड़ेगी। नानक लेखे एक गल होर हों में झकना जाग। गल ते एक ही लेखे च है, बाकी ते झक चकाना है, बाकी ते हंकार नूं पट्ठे पाने ने। डॉक्टर मोहम्मद इकबाल दा एक बड़ा कीमती कौल है।
वो कहते ने इलम चंदा के बेशतर ख्वानी, गर अमर दस्तो नेस्त नादानी। इलम ते वही है, इलम दा पढ़ना ते तां ही सकारत है कि वह अमल दे च आवे। इलम अमल दे च नहीं आया तो उस बारे आप कहते ने ना मुहक्कक बवद ना दानशमंद, चार पाए बरोए किताबे चंद। ये तो इंज होया जिवें पशु की पिठ दे उत्ते किताबां लद दित्तियां ने। अगर इलम अमल दे च नहीं आया तो समझो खोते की पिठ ते किताबां लदियां हुई ने, उठ की पिठ दे उत्ते किताबां लदियां हुई ने, बैल किताबां दा भार ढो रहा है। फर्क ही पैंदा है अगर खोता भार ढोवे या मनुख अपने दिमाग दे उस ज्ञान नूं चुक के ते भार ढोई फिरे। हकीकत तो यह सी कि जिहड़े बैल विचारे पोथियां ढोंदे सन, हकीकत दे विचारकां दे दिमाग दे उत्ते इन्हां पोथियां दा बोझ सी ते ढोई फिरदे सन। ज्ञान ते सी जो जन्मां जन्मांतरां दे संस्कारां नूं एक पासे कर देवे ते ज्ञान स्वयं बोझ बन जावे, भार बन जावे। अज दी सदी अजोकी सदी तां इंज कहना पएगा ज्ञान दे भार तले दब के रह गई है। और ये मनना पएगा कि अजोकी सदी जितनी ज्ञानी है, पहलियां सदियां इतनियां ज्ञानी नहीं सन। अजोकी सदी जितनी अहंकारी है, पहली सदियां इतनियां अहंकारियां नहीं सन, क्योंकि अहंकार लई जानकारी चाहिए, इतनी जानकारी ही नहीं सी। अज ते व्यापक जानकारी बंदे कोल है। सागर की जानकारी, पहाड़ां की जानकारी, दरियावां की जानकारी, मुल्कां की जानकारी, मनुखां की जानकारी, पशु पक्षियां की जो है जानकारी, सूरज चंद तारे ग्रह नक्षत्रां की जानकारी, तरह तरह की जानकारी दे अंबार मनुख ने जो है ला दिते ने। और ये सारे दा सारा बंदे दे दिल दिमाग दे उत्ते बोझ बन के रह गया। क्यों कि जानकारी फितूर बन गई है, जानकारी अहंकार बन गई है, जानकारी बोझ बन गई है। साहिब कहते ने पढ़ पढ़ के धर्म ग्रंथां दियां पोथियां दा अगर गड्डियां दियां गड्डियां लद लईयां जान, ढेरां दे ढेर ला दिते जान, तां भी नानक लेखे एक गल और होमे झकना झाक। साहिब अगे कहते ने पढ़ पढ़ बेड़ी पाईए, पढ़ पढ़ गड्डिए खात। बेड़ियां दियां बेड़ियां किताबां नाल भर लईयां जान। प्राचीन समय ऐसा भी होंदा सी कि गंगा, जमुना, नर्मदा होर गोदावरी इत्यादि जिथों निकलदियां ने, उत्थों ही पंडित जन बेड़ी दे च बैठ के धर्म ग्रंथ लद के ते बेड़ियां ते चल पैंदे सन। रस्ते जो कस्बा आया, शहर आया, रुके, उथे बहस मुबासा कीता, फिर अगे चले, उथे विचार वटांदरा कीता, फिर अगे चले। एक थां तो दूसरी थां ते जाण दा जरिया चूंकि ये दरिया सन, बेड़ियां सन, तो धर्म ग्रंथ भी बेड़ियां नाल भरे हुए इस तरीके नाल ढेर नाल ही रखते सन। गंगोत्री तो चल के गंगा सागर तक पहुंचना, कलकत्ते तक पहुंचना, रस्ते दे जो शहर ने, जो कस्बे ने, जो पिंड ने, विचार वटांदरा करते जाना। ते गजब दी गल ये आउंदी सी कि विचार दे जिहड़ा हार जांदा सी उसदे सारे धर्म ग्रंथ खो लए जांदे सन, ओदियां सारियां किताबां खो लईयां जांदियां सन। इस तरीके नाल बेड़ियां दे च किताबां दा ढेर लगदा जांदा सी। जो उसने लिखिया हुंदा सी, जो उसने किताबां पढ़ियां हुंदियां सन, सब उसदे कोल खो लिया जांदा सी। ज्ञान चर्चा का मतलब यह सी कि हुण जितना तेरे कोल ज्ञान का साधन है ये खो लिया जाएगा। दो तलवार दे धनी पुराने सूरमे जद लड़ते सन, राजे महाराजे, जेदी तलवार टुट गई, जेदी तलवार गिर गई, ओदी सल्तनत खो ली जाती सी, ओदा राजपाट खो लिया जाता सी। हू बहु यही नियम विचार दी दुनिया दे चलदा रहा। विचार वटांदरा करदियां करदियां जो हार गया, ओदे विचार दे ग्रंथ, ओदे विचार दे साधन सारे खो लए जाते सन। इस तरीके नाल भारत देश दे ही नहीं, समुची दुनिया दे सिर्फ तलवार दे नाल ही हिंसा नहीं चलती रही, विचार दे नाल भी बहुत व्यापक रूप दे हिंसा चलती रही है। और हैरानगी की गल है, तलवार से अपनी रक्षा लई, हिंसा लई नहीं, विचार से आध्यात्मिक उन्नति लई, किसी नूं हराण लई नहीं। लेकिन कोई
ਤਲਵਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ, ਕੋਈ ਵਿਚਾਰ ਦੇ ਧਨੀ ਚੱਲ ਪਏ ਜਿੱਤ ਹਾਸਲ ਕਰਨ ਲਈ। ਕੋਈ ਤਲਵਾਰ ਨਾਲ ਇੱਕ ਦਾ ਗਲਾ ਕੱਟ ਕੇ ਜ਼ਮੀਨ ਤੇ ਗਿਰਾਈ ਜਾਂਦਾ ਹੈ, ਕੋਈ ਆਪਣੀ ਵਿਚਾਰ ਸ਼ਕਤੀ ਨਾਲ ਅਗਲੇ ਦਾ ਗਲਾ ਝੁਕਾਈ ਜਾਂਦਾ ਹੈ, ਅਗਲੇ ਦਾ ਸਿਰ ਝੁਕਾਈ ਜਾਂਦਾ ਹੈ। ਔਰ ਇਹ ਹਕੀਕਤ ਹੈ ਕਿ ਸਿਰ ਕੱਟਣਾ ਤੇ ਸਿਰ ਝੁਕਾਉਣਾ ਇੱਕੋ ਹੀ ਗੱਲ ਹੈ। ਕਿਸੇ ਦਾ ਸਿਰ ਕੱਟ ਕੇ ਜ਼ਮੀਨ ਤੇ ਗਿਰਾ ਦਿੱਤਾ ਹੈ ਤੇ ਕਿਸੇ ਦਾ ਸਿਰ ਇਤਨਾ ਸ਼ਕਤੀਸ਼ਾਲੀ ਵਿਚਾਰ ਪੇਸ਼ ਕੀਤਾ ਹੈ ਕਿ ਝੁਕ ਗਿਆ ਹੈ ਔਰ ਝੁਕਾਇਆ ਹੈ। ਇਹ ਨੀਅਤ ਸੀ ਤੇ ਇਹ ਵੀ ਗਲਾ ਹੀ ਕੱਟਿਆ ਹੈ। ਬੜੀ ਵਿਆਪਕ ਰੂਪ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਤਲਵਾਰ ਦੇ ਨਾਲ ਤੇ ਹਿੰਸਾ ਹੁੰਦੀ ਰਹੀ, ਵਿਚਾਰ ਦੇ ਨਾਲ ਵੀ ਹਿੰਸਾ ਹੁੰਦੀ ਰਹੀ, ਬੜੀ ਪ੍ਰਬਲ ਰੂਪ ਵਿੱਚ। ਕਹਿੰਦੇ ਨੇ ਕੁਝ ਮਜ਼ਹਬ ਇਸ ਢੰਗ ਨਾਲ ਫੈਲੇ ਕਿ ਉਹਨਾਂ ਕੋਲ ਤਲਵਾਰ ਸੀ ਔਰ ਸਾਫ਼ ਕਹਿ ਦਿੱਤਾ ਤਲਵਾਰ ਨੇੜੇ ਹੈ, ਤੂੰ ਸਿਰ ਝੁਕਾਣਾ ਹੈ ਕਿ ਨਹੀਂ? ਤੋ ਤਲਵਾਰ ਨਾਲ ਗਰਦਨਾਂ ਝੁਕਾਈਆਂ ਗਈਆਂ ਥਾਂ ਥਾਂ ਤੇ। ਔਰ ਇਸ ਤਰੀਕੇ ਨਾਲ ਆਪਣੀ ਤਲਵਾਰ ਦੇ ਜ਼ੋਰ ਦੇ ਨਾਲ ਆਪਣੀ ਉਮਤ ਵਧਾਈ ਗਈ। ਦੂਸਰਾ ਦੌਰ ਐਸੀ ਵਿਚਾਰ ਦੀ ਸ਼ਕਤੀ, ਮੇਰੇ ਵਿਚਾਰ ਤਾਕਤਵਰ ਨੇ, ਮੇਰੇ ਵਿਚਾਰਾਂ 'ਚ ਸ਼ਕਤੀ ਹੈ, ਮੇਰੇ ਵਿਚਾਰਾਂ 'ਚ ਬਲ ਹੈ, ਤੂੰ ਵੀ ਮੇਰੇ ਵਿਚਾਰ ਮੰਨਦਾ ਜਾਂ ਨਹੀਂ? ਜੇ ਨਹੀਂ ਮੰਨਦਾ ਤੇ ਮੇਰੇ ਨਾਲ ਵਿਚਾਰ ਵਟਾਂਦਰਾ ਕਰ। ਤੇ ਅਗਲਾ ਜਿਉਂ ਹਾਰ ਜਾਂਦਾ ਸੀ ਉਹਦੇ ਧਰਮ ਗ੍ਰੰਥ ਖੋਹ ਲੈਣੇ, ਉਹਦਾ ਸਿਰ ਝੁਕਾ ਦੇਣਾ। ਔਰ ਇਸ ਤਰੀਕੇ ਦੇ ਨਾਲ ਵਿਚਾਰ ਦੇ ਆਸਰੇ ਤੇ ਵਿਆਪਕ ਹਿੰਸਾ ਚੱਲਦੀ ਰਹੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸੇ ਦਾ ਹੀ ਪੈ ਜ਼ਿਕਰ ਕਰਦੇ ਨੇ, ਅਗਰ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਈਏ, ਪੜ੍ਹ ਪੜ੍ਹ ਕੇ ਕਿਤਾਬਾਂ ਦੇ ਢੇਰ ਇਕੱਠੇ ਕਰ ਲਈਏ, ਪੜ੍ਹ ਪੜ੍ਹ ਕੇ ਪੋਥੀਆਂ ਦੇ ਨਾਲ ਇਤਨਾ ਇਸ ਢੰਗ ਨਾਲ ਵਿਚਰੀਏ ਕਿ ਜਿਸ ਬੇੜੀ ਵਿੱਚ ਬੈਠਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਲਈ ਉਹ ਬੇੜੀਆਂ ਦੀਆਂ ਬੇੜੀਆਂ ਵੀ ਧਰਮ ਗ੍ਰੰਥਾਂ ਦੇ ਨਾਲ ਭਰੀਆਂ ਪਈਆਂ ਹੋਣ, ਖਾਤਿਆਂ ਦੇ ਖਾਤੇ ਪੂਰ ਦਈਏ ਤਾਂ ਵੀ ਸਾਹਿਬ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਵੇਂ ਝਕਣਾ ਜਾਗ। ਗੱਲ ਤੇ ਇੱਕ ਹੀ ਲੇਖੇ 'ਚ ਲੱਗੇਗੀ ਔਰ ਇੱਕ ਲੇਖੇ 'ਚ ਗੱਲ ਕੀ ਹੈ? ਇੱਕ ਨਾਲ ਜੁੜਨਾ, ਇੱਕ ਦਾ ਚਿੰਤਨ, ਇੱਕ ਦਾ ਸਿਮਰਨ, ਇੱਕ ਦੀ ਯਾਦ, ਇੱਕ ਦਾ ਬੋਧ। ਸਾਹਿਬ ਅੱਗੇ ਚੱਲ ਕੇ ਕਹਿੰਦੇ ਨੇ ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਐਸੀ ਵੀ ਪੜਾਈਆਂ ਨੇ ਔਰ ਅੱਜ ਵੀ ਨੇ ਧਾਰਮਿਕ, ਜਿਨ੍ਹਾਂ ਦੇ ਪੜਨ ਲਈ 35-40 ਸਾਲ ਦੀ ਜ਼ਿੰਦਗੀ ਚਾਹੀਦੀ ਹੈ। ਜੀਵਨ ਦਾ ਅੱਧਾ ਸਮਾਂ ਅਗਰ ਪੜਨ ਦੇ ਵਿੱਚ ਹੀ ਲੰਘ ਗਿਆ, ਸਿਰਫ ਪੜਨ ਦੇ ਵਿੱਚ, ਤਾਂ ਬਾਕੀ ਜੋ ਜੀਵਨ ਬਚਦਾ ਹੈ ਉਹਨੂੰ ਅਮਲ ਦੇ ਵਿੱਚ ਲਿਆਉਣ ਲਈ ਬਹੁਤ ਔਖਿਆਈ ਇਕੱਠੀ ਹੋਵੇਗੀ। ਕਾਰਨ ਕਿ 40 ਸਾਲ ਦੇ ਸੰਸਕਾਰ ਸਿਰਫ ਪੜਨ ਦੇ ਵਿੱਚ ਉਹ ਇਤਨਾ ਗੁਬਾਰ ਵਧਾ ਦੇਣਗੇ, ਉਹ ਇਤਨਾ ਫਿਤੂਰ ਵਧਾ ਦੇਣਗੇ, ਉਹ ਇਤਨਾ ਹੰਕਾਰ ਵਧਾ ਦੇਣਗੇ ਕਿ ਉਸ ਇਲਮ ਨੂੰ ਅਮਲ ਦੇ ਵਿੱਚ ਲਿਆਉਣਾ ਹੀ ਕਠਿਨ ਹੋ ਜਾਏਗਾ। ਇਸ ਵਾਸਤੇ ਦੁਨੀਆ ਭਰ ਦੇ ਆਲਮਾਂ ਨੇ ਕਿਹਾ ਨਾਲ ਇਲਮ ਹਾਸਲ ਕਰਦੇ ਜਾਓ, ਉਸੇ ਇਲਮ ਨੂੰ ਉਸੇ ਵਕਤ ਹੀ ਅਮਲ ਦੇ ਵਿੱਚ ਲਿਆਂਦੇ ਜਾਓ, ਤਾਂ ਹੀ ਉਹ ਸਾਰਥਕ ਹੈ। ਜਿਹੜਾ ਭੋਜਨ ਛਕ ਰਹੇ ਆ ਇਹ ਸਹਿਜੇ ਸਹਿਜੇ ਉਸੇ ਸਮੇਂ ਤੋਂ ਹੀ ਹਜ਼ਮ ਹੋਣਾ ਚਾਹੀਦਾ ਹੈ, ਹਜ਼ਮ ਹੋਣਾ ਸ਼ੁਰੂ ਹੋਣਾ ਹੀ ਚਾਹੀਦਾ ਹੈ। ਅੱਜ ਛਕੀ ਹੈ ਭੋਜਨ ਤੇ 40 ਸਾਲ ਤੋਂ ਬਾਅਦ ਹਜ਼ਮ ਹੋਵੇ, 40 ਸਾਲ ਉਸ ਦਾ ਬੋਝ ਉਠਾਉਣਾ ਤੇ ਮੌਤ ਹੋ ਜਾਏਗੀ, ਮਨੁੱਖ ਜੀ ਨਹੀਂ ਸਕੇਗਾ। ਅਸੀਂ ਦੇਖਦੇ ਹਾਂ ਕਿ ਭੋਜਨ ਖਾਦਾ ਹੈ, ਅਗਰ ਉਹ ਪੇਟ ਦੇ 4 ਦਿਨ ਵੀ ਪਿਆ ਰਿਹਾ ਹੈ, ਕੋਈ ਰੋਗ ਨੂੰ ਪੈਦਾ ਕਰੇਗਾ, ਮੰਜੇ ਤੇ ਲਿਟਾ ਦੇਗਾ, ਮਨੁੱਖ ਦਾ ਚੱਲਣਾ ਔਖਾ ਹੋ ਜਾਏਗਾ। 40 ਸਾਲ ਦਾ ਗਿਆਨ ਔਰ ਇਤਨਾ ਵੱਡਾ ਗੁਬਾਰ ਉਹਨੂੰ ਅਮਲ ਦੇ ਚ ਲਿਆਂਦਾ ਹੀ ਨਹੀਂ ਤਾਂ ਅਧਿਆਤਮਕ ਮੌਤ ਤੇ ਹੋ ਹੀ ਜਾਏਗੀ। इकबाल शायद तद ही कहते निकल जा अकल से आगे के ये नूर चिरागे राह है